हाशिम फतेह नसीब उन्हां जिन्ना हिम्मत यार बनाई मंजिल दे तख्ते ते तख्ती लगदी उन्हां दी जेड़े घरों बना के तुरदे नक्शा सफरां दा। सत श्री अकाल, आदाब, नमस्कार। मैं हाँ प्रवीण शर्मा, तुसीं देख रहे हो CPC TV का खास प्रोग्राम टीका टिप्पणी। ये लाइनां ये सतरां संघर्षां चों मंजिलां दी जित दी तर्जमानी करदियां ने। ये लाइनां तां बोलियां ने क्योंकि किसानी संघर्ष जित गया, पर असी जित ते नहीं खड़ांगे, असी उहदे भविक्खी क्या सलाइयां ते चर्चा करांगे क्योंकि किसानी अंदोलन के प्रमुख चेहरिਆਂ ਦੇ ਵਿੱਚੋਂ ਜਿਹੜੀਆਂ ਬਾਈਟਾਂ आ रही ने वो ये कि आके शायद हो सकता है इलेक्शन लड़े जान ਜਾਂ ना लड़े जान। इसे ते चर्चा करांगे। उस तो बाद चर्चा करांगे सियासत की जेकर समा बचिया आम आदमी पार्टी ने 30 होर टिकटां वंड दित्तियां ने। ये टिकटां किहनूं किहड़े हलकिਆਂ ਚ वंडियां ने, उन्हां हलकिਆਂ ਚ इन्हां उम्मीदवारां दा आधार ते उत्थों दी फिजा की कह रही है। और जुड़दे समा गवाए बिना मैं गुरसिंघा जी नाल। मैं जी सत श्री अकाल, स्वागत है। शुक्रिया जी सारिਆਂ ਨੂੰ सत श्री अकाल जी। जी मैं जी किसानी अंदोलन जित गया, सारे कौमांतरी पद्धर ते भी ये गल कही गई कि किसानी अंदोलन जित गया है। हालांकि किसान नूं जो मिलेगा, जो वादे किए गए, ये भी एक बहुत वड्डी बहस है। पर शुरुआत कर लेने राजनीति तो। दुफाड़ ने बहुत सारे लोग इस मसले ते कि किसानां नूं राजनीति शुरू करनी चाहिए कि नहीं करनी चाहिए। नहीं, मैं ਤੁਹਾਨੂੰ ਅੱਗੇ ਵੀ ਕਿਹਾ ਸੀਗਾ ਕਿ ਕਿਸਾਨ ਤੇ ਰਾਜਨੀਤੀ ਚ ਹਨ जी, किसान है कि ਜਨਾਬ ਚਰਨਜੀਤ ਸਿੰਘ ਹੋਰਾਂ ਕੋਲ ਵੀ ਜ਼ਮੀਨ ਹੈ जी। हाँ ਪਤੇ ਦੀ ਗੱਲ ਦੱਸਾਂ ਤੁਹਾਨੂੰ, हाँ जी, हाँ जी, ਖਰੜ ਏਰੀਏ ਦੇ ਵਿੱਚ ਇਹਨਾਂ ਕੋਲ ਵੀ ਜ਼ਮੀਨ ਹੈ जी, ठीक है, ਖੇਤੀਯੋਗ। ठीक है। ਸੋ ਸੀਐਮ ਸਾਹਿਬ ਤੋਂ ਲੈ ਕੇ ਜੋ ਇਹਨਾਂ ਦੇ ਆਲੇ ਦੁਆਲੇ ਨੇ ਸਾਰੇ ਕਿਸਾਨ ਹੀ ਨੇ, ठीक है। ਬਟ ਅਸਲ ਕਿਸਾਨੀ ਰਾਜਨੀਤੀ ਚ ਹੋਣੀ ਬਾਕੀ ਹੈ। ਸਮਝਦੇ ਹੋ दस्या से ਕਿ ਅਸਲ ਕਿਸਾਨੀ ਹੋਣੀ ਬਾਕੀ ਹੈ। ਕਿਸਾਨ ਮੌਜੂਦ ਨੇ, जी, ਕਿਸਾਨ ਤੇ ਅਮਿਤ ਸ਼ਾਹ ਵੀ ਆ। ਮੈਂ ਤੁਹਾਨੂੰ ਕਿਸੇ ਦਿਨ ਸਾਰਾ ਚੀਰ ਫਾੜ ਕਰਕੇ ਦੱਸ ਦੂੰ ਕਿਹੜੇ ਕਿਹੜੇ ਆਪਣੇ ਆਪ ਨੂੰ ਕਿਸਾਨ ਕਹਿੰਦੇ ਨੇ, ठीक है, ਵੱਡੇ ਵੱਡੇ ਦੇਸ਼ ਦੇ ਨੇਤਾ। जी, ਅੱਛਾ, ਗੱਲ ਇਹ ਆ ਕਿ ਅਸਲ ਕਿਸਾਨੀ ਰਾਜਨੀਤੀ 'ਚ ਜਦੋਂ ਆਈ ਤਾਂ ਫਿਰ ਰਾਜਨੀਤੀ ਦੇ ਵਿੱਚ ਜਿਹੜੇ ਪੋਲੀਟੀਕਲ ਏਜੰਡੇ ਸੈੱਟ ਹੁੰਦੇ ਆ ਉਹਦੇ 'ਚ ਕਿਸਾਨੀ ਜਿਹੜੀ ਆ ਉਹ ਇੱਕ ਪੈਮਾਨਾ ਬਣੇਗੀ, ਉਹਦਾ ਲਾਹਾ ਹੀ ਹੋਏਗਾ। ਔਰ ਇਹ ਪੈਮਾਨਾ ਅੱਧ ਪਚੱਦਾ ਤੇ ਬਣ ਚੁੱਕਾ ਨਾ जी। ਸੋ ਗੱਲ ਇਹ ਆ ਕਿ ਰਾਜਨੀਤੀ ਦੇ ਵਿੱਚ ਸਿੱਧੇ ਤੌਰ ਤੇ ਆਉਂਦੇ ਜਾਂ ਨਹੀਂ ਆਉਂਦੇ, हाँ जी, ਇਹਦੇ ਸੰਕੇਤ ਥੋੜੇ ਬਹੁਤੇ ਤੇ ਮਿਲਦੇ ਪਏ ਨੇ। ਜਿਵੇਂ ਮੈਂ ਇੱਕ ਟੈਲੀਵਿਜ਼ਨ ਡਿਬੇਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਸੁਣ ਰਿਹਾ ਸੀ, जी, जी, ਰਾਜੇਵਾਲ ਸਾਹਿਬ ਦੀ ਖਾਸ ਤੌਰ ਤੇ ਉਸਤਤ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਰਾਜਨੀਤੀ ਸਵਾਰਨ ਦੀ ਵਾਰੀ ਹੈ। जी, ਸੋ ਉਹਦੇ ਤੋਂ ਵੀ ਸੰਕੇਤ ਥੋੜੇ ਜਿਹੇ ਮਿਲਦੇ ਨੇ। ਫਿਰ ਸਤਨਾਮ ਸਿੰਘ ਅਜਨਾਲਾ ਬੋਲੇ, जी, ਇਹਨਾਂ ਦਾ ਜਿਹੜਾ ਆਪਣਾ IT ਸੈੱਲ ਦਾ ਪੇਜ ਹੈ ਨਾ ਜਿਹੜਾ, ਉਹਦੇ ਤੋਂ ਉਹ ਦੂਸਰੀ ਗੱਲ ਬਾਅਦ ਚ ਸ਼ੁਰੂ ਕਰਦੇ ਆ ਤਾਂ ਪਹਿਲਾਂ ਕਹਿੰਦੇ ਕਿ ਪੰਜਾਬ ਜਾ ਕੇ ਰਾਜਨੀਤੀ ਬਦਲਣ ਦੀ ਜ਼ਰੂਰਤ ਹੈ। जी। ਤਾਂ ਮਤਲਬ ਕਿ ਇਸ ਗੱਲ ਰਾਜੇਵਾਲ ਸਾਹਿਬ ਦੇ ਬਿਆਨ ਵੀ ਕੁਛ ਇਦਾਂ ਹੀ ਇਸ਼ਾਰਾ ਕਰਦੇ ਨੇ। ਹਾਂਜੀ, ਬਿਲਕੁਲ ਇਸੇ ਤਰਜ਼ ਅਮਲ ਤੇ ਹੀ ਇਹ ਤੁਰਨਗੇ ਮੇਰੇ ਖਿਆਲ ਦੇ ਨਾਲ, ਕਿਉਂਕਿ ਇਹਨਾਂ ਨੇ ਹੁਣ ਜਿੱਦਾਂ ਇੱਕ ਅਚੀਵਮੈਂਟ ਜਿਹੜੀ ਹਾਸਲ ਕੀਤੀ ਹੈ ਉਹ ਇਹ ਆ ਕਿ ਪੂਰੇ ਦੇਸ਼ ਦੇ ਵਿੱਚੋਂ ਇਹਨਾਂ ਨੇ ਚੰਗੇ ਆਗੂ ਕੱਢ ਕੇ ਜਾਂ ਚੰਗੇ ਸੰਗਠਨ ਕੱਢ ਕੇ SKM ਬਣਾ ਲਿਆ। ਜੀ, ਉਹ ਕੇਂਦਰ ਵਾਸਤੇ ਖਤਰੇ ਦੀ ਘੰਟੀ ਰਹੇਗਾ। ਪੰਜਾਬ ਸਰਕਾਰ ਵਾਸਤੇ ਜਾਂ ਚੰਨੀ ਸਰਕਾਰ ਵਾਸਤੇ ਆ ਜਿਹੜੇ ਦਿਨ ਆ 10-15 ਜੀ, ਇਹ ਵਕਤਾਂ ਵਾਲੇ ਜਾਣਗੇ। ਹੁਣ ਉਧਰੋਂ ਮੁਲਾਜ਼ਮ ਘੇਰੀ ਖਲੇ ਆ, ਜੀ, ਰੈਵਨਿਊ ਡਿਪਾਰਟਮੈਂਟ ਵਾਲਿਆਂ ਨੇ ਇਹਨਾਂ ਦੀ ਪੂਰੀ ਤਸੱਲੀ ਕਰਵਾਈ ਆ। ਠੀਕ ਹੈ। ਉਹ ਵਿਜੀਲੈਂਸ ਦੀ ਇੱਕ ਛਾਪੇਮਾਰੀ ਹੋਈ ਸੀਗੀ, ਉਹਦੇ ਵਿਰੋਧ ਵਿੱਚ ਸੀ। ਚਲੋ ਇਹ ਗੱਲ ਹੁਣ ਬਹਿਸ ਦਾ ਵਿਸ਼ਾ ਹੈ ਕਿ ਇੱਕ ਸਿਵਿਲੀਅਨ ਰੱਖਿਆ ਹੋਇਆ ਸੀ ਉਹਨਾਂ ਨੇ, ਉਹਦੇ ਤੋਂ ਰਿਸ਼ਵਤ ਫੜੀ, ਪਰ ਉਹਨਾਂ ਨੇ ਅਫਸਰ ਅਰੈਸਟ ਕਰ ਲਏ ਜਾਂ ਕੇਸ 'ਚ ਨਾਮਜ਼ਦ ਕਰ ਲਏ। ਠੀਕ ਹੈ। ਉੱਥੇ ਡਿਸਪਿਊਟ ਪਿਆ, ਕਿੰਨਾ ਕੰਮਕਾਰ ਜਿਹੜਾ ਬੰਦ ਹੈ। ਫਿਰ ਜਿਹੜੇ NHM ਨੇ ਉਹ ਸੜਕਾਂ ਤੇ ਨੇ, ਕੰਪਿਊਟਰ ਟੀਚਰ ਜਾਂ ਦੂਸਰੇ ਟੀਚਰ ਉਹ ਤੇ ਸੜਕਾਂ ਤੇ ਹੈ ਨਹੀਂ। ਹੋਰ ਜਿਹੜੇ ਕੱਚੇ ਮੁਲਾਜ਼ਮ ਨੇ, ਮਤਲਬ ਕਿ ਇੱਕ ਕੱਚੇ ਮੁਲਾਜ਼ਮ ਉਹ ਸਾਰੇ ਸੜਕਾਂ ਤੇ ਆ। ਜੀ, ਜੀ। ਪਰ ਦੂਸਰੇ ਪਾਸੇ ਦੇਖੋ ਸਾਰੇ ਕਿਸਾਨ ਸੰਗਠਨ ਰਾਜਨੀਤੀ 'ਚ ਨਹੀਂ ਜਾਣਗੇ ਨਫਾ ਨੁਕਸਾਨ ਵੇਖ ਕੇ ਕਿ ਇੱਧਰ ਜਾਈਏ ਉੱਧਰ ਜਾਈਏ। ਕੁਛ ਨੇ ਨੰਗੇ ਧੜ ਇਹਨਾਂ ਦੇ ਖਿਲਾਫ ਲੜਨਾ ਆ ਕੇ। ਠੀਕ ਹੈ। ਉਹਦੇ 'ਚੋਂ ਉਗਰਾਹਾਂ ਜਥੇਬੰਦੀ ਤਾਂ ਉਹ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਅਸੀਂ ਇਹਨਾਂ ਨੂੰ ਆ ਕੇ ਘੇਰਨਾ ਹੈ। ਜੋ ਇਹਨਾਂ ਨੇ ਵਾਅਦਾ ਕੀਤਾ ਸੀਗਾ ਸੰਪੂਰਨ ਕਰਜ਼ਾ ਮਾਫ, 5 ਮਰਲੇ ਦੇ ਪਲਾਂਟ ਦੇਵਾਂਗੇ, ਉਹ ਸਾਰਾ ਕੁਝ ਅਸੀਂ ਆ ਕੇ ਇਹਨਾਂ ਤੋਂ ਲੈਣਾ ਆ। ਇਸ ਕਰਕੇ ਰਾਜਨੀਤੀ ਜਿਹੜੀ ਉਹ ਹੁਸ਼ਿਆਰ ਹੋ ਜਾਵੇ, ਹੁਸ਼ਿਆਰ ਹੋ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਹਨਾਂ ਨੂੰ ਵਕਤ ਪਾਉਣਗੇ ਆ ਕੇ। ਰਾਜਨੀਤੀ 'ਚ ਆਉਂਦੇ ਜਾਂ ਨਹੀਂ ਆਉਂਦੇ ਇਹ ਤਾਂ ਦੇਖੋ ਉਹਨਾਂ ਦੀ ਚੋਣ ਹੈ।
ਚੋਣ ਆ ਸਫਲਤਾ ਮਿਲਦੀ ਹੈ ਜਾਂ ਨਹੀਂ ਮਿਲਦੀ। ਪਰ ਗੱਲ ਇਹ ਆ ਕਿ ਐਸਕੇਐਮ ਦੇ ਜੇ ਤੁਸੀਂ ਦੇਖੋਗੇ ਬਿਲਕੁਲ ਉਸੇ ਹੀ ਤਰਜ਼ ਤੇ ਪੰਜਾਬ ਦੀਆਂ ਜਥੇਬੰਦੀਆਂ ਵੀ ਤਕਰੀਬਨ ਯੂਨਾਈਟ ਨੇ ਇਸ ਟਾਈਮ। ਹਾਂ, ਇੱਕਮਤ ਨਹੀਂ। ਹਾਂਜੀ, ਸੋ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਇਕੱਠਿਆਂ ਹੀ ਦਰਬਾਰ ਸਾਹਿਬ ਨਤਮਸਤਕ ਹੋਣਾ ਹੈ। ਉਸ ਤੋਂ ਬਾਅਦ ਇਹ ਮੀਟਿੰਗ ਕਰਨਗੇ, ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਖੁੱਲਾ ਇੱਕ ਪ੍ਰੋਗਰਾਮ ਹੈ ਜਿਹੜਾ ਦੇ ਦਿੱਤਾ ਜਾਊਗਾ ਜੀ। ਉਹਦੇ 'ਚ ਜੇ ਇਕੱਠੇ ਰਹਿੰਦੇ ਆ ਤਾਂ ਮੇਰੇ ਖਿਆਲ ਦੇ ਨਾਲ ਜਿਹੜੀਆਂ ਨਿਰੋਲ ਪੇਂਡੂ ਸੀਟਾਂ ਨੇ ਉਹਦੇ ਤੇ ਰਾਜਨੀਤੀ ਨੂੰ ਬਹੁਤ ਜ਼ਿਆਦਾ ਤੱਫੜ ਪੈ ਜਾਣਗੇ। ਬਿਲਕੁਲ, ਜੇ ਇਕੱਠੇ ਰਹਿੰਦੇ ਨੇ, ਜੇ ਖਿੱਲਰ ਗਏ ਇੱਧਰ ਉੱਧਰ ਫਿਰ ਤਾਂ ਪਤਾ ਨਹੀਂ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਜਿਵੇਂ ਜਾਨ ਛਡਾਈ ਆ, ਪੰਜਾਬ ਸਰਕਾਰ ਵੀ, ਹਾਂਜੀ ਪੰਜਾਬ ਸਰਕਾਰ ਨੂੰ ਵੀ ਉਸੇ ਤਰ੍ਹਾਂ ਜਾਨ ਛਡਾਉਣੀ ਔਖੀ ਹੋ ਜਾਏਗੀ। ਉਧਰੋਂ ਇੱਕ ਪਾਸੇ ਰਾਜਨੀਤਿਕ ਦਬਾਅ ਔਰ ਦੂਸਰੇ ਪਾਸੇ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰਨ ਦਾ ਦਬਾਅ। ਜੀ ਬਿਲਕੁਲ। ਅੱਛਾ ਮਿੰਟੂ ਜੀ, ਇੱਕ ਗੱਲ ਹੋਰ ਮੈਂ ਪੁੱਛਣੀ ਚਾਹੁੰਦਾ ਸੀਗਾ ਕਿ ਕੁਝ ਕਿਸਾਨ ਧਿਰਾਂ ਜਿਹੜੀਆਂ ਨੇ ਉਹ ਅਕਾਲੀ ਦਲ ਨਾਲ ਜੁੜੀਆਂ ਰਹੀਆਂ, ਕੁਝ ਅੰਦਰ ਖਾਤੇ ਕਾਂਗਰਸ ਨਾਲ, ਕੁਝ ਸਿੱਧੇ ਤੌਰ ਤੇ ਖੱਬੇ ਪੱਖੀ ਧਿਰਾਂ ਨਾਲ ਤਾਲੁਕਾਤ ਰੱਖਦੀਆਂ ਨੇ। ਜੇ ਮੰਨ ਲਓ ਇੱਕ ਮੋੜ ਤੇ ਆ ਕੇ ਇਹ ਇੱਕਮਤ ਨਹੀਂ ਰਹਿੰਦੀਆਂ ਤਾਂ ਸ਼ਕਤੀ ਵੀ ਵੰਡੀ ਜਾਏਗੀ ਨਾ, ਇਹ ਵੀ ਇੱਕ ਸੰਭਾਵਨਾ ਬਣੀ ਰਹੇਗੀ। ਸ਼ਕਤੀ ਵੰਡੀ ਜਾਏਗੀ, ਵੋਟ ਵੀ ਵੰਡੀ ਜਾਏਗੀ ਔਰ ਉਹਦੇ ਫਿਰ ਕੀ ਹੁੰਦਾ ਕਿ ਜਿਹੜੇ ਫਰਕ ਹੁੰਦੇ ਨੇ ਉਹ ਜਿਹੜੇ ਫਰਕ, ਜਿਵੇਂ ਹੁਣ ਐਸਕੇਐਮ ਹੈ, ਜਿਵੇਂ ਮੈਂ ਕਿਹਾ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਥੇਬੰਦ ਹੋ ਕੇ ਲੜਾਈ ਜਿਹੜੇ ਲੜ ਰਹੇ ਆ, ਵੈਸੇ ਤਾਂ ਜਿਹੜੇ ਇਹਨਾਂ ਦੇ ਵਿਚਾਰ ਹੁੰਦੇ ਉਹਨਾਂ 'ਚ ਮਤਭੇਦ ਤਾਂ ਰਹਿੰਦੇ ਹੀ ਰਹਿੰਦੇ ਆ ਬਿਲਕੁਲ, ਪਰੰਤੂ ਉਹ ਥੋੜੇ ਜਿਹੇ ਹੋਰ ਵੱਧ ਜਾਣਗੇ। ਉਹ ਕਹੇਗਾ ਇੱਥੇ ਨੇ ਮੈਨੂੰ ਹਰਾਤਾ, ਉੱਥੇ ਉਹਨੇ ਫਲਾਣੇ ਨੂੰ ਹਰਾ ਦਿੱਤਾ। ਜੇ ਵੱਖੋ ਵੱਖ ਹੁੰਦੇ ਤੇ ਇਹ ਨੁਕਸਾਨ ਹੋਏਗਾ। ਔਰ ਕਿਸਾਨ ਵੋਟ ਜਿਹੜੀ ਹੈ ਨਾ ਉਹ ਫਿਰ ਪਾਟ ਕੇ ਆਪੋ ਆਪਣਾ ਜਿਹੜਾ ਉਹਨਾਂ ਦਾ ਮੇਨ ਪੋਲੀਟੀਕਲ ਗਰੁੱਪ ਹੈ, ਜਿਹਨੂੰ ਆਪਾਂ ਕਹਿ ਲਈਏ ਕਿ ਕੋਰ ਹੁੰਦਾ, ਜਿਵੇਂ ਕੋਰ ਵੋਟਰ ਹੁੰਦਾ ਤਾਂ ਕੋਰ ਹੀ ਉਹਨਾਂ ਦਾ ਗਰੁੱਪ ਹੁੰਦਾ ਅੱਗੇ, ਤਾਂ ਫਿਰ ਉਹਦੇ ਵੱਲ ਸ਼ਿਫਟ ਕਰ ਜਾਣਗੇ ਜੀ। ਜੇ ਸਾਂਝੇ ਤੌਰ ਤੇ ਇਲੈਕਸ਼ਨ ਨਹੀਂ ਲੜਨਗੇ, ਜੇ ਤਾਂ ਲੜਨਾ ਹੈ ਸਾਂਝੇ ਤੌਰ ਤੇ ਲੜਨ ਤਾਂ ਬਿਹਤਰ ਰਹੇਗਾ। ਔਰ ਪਹਿਲੀ ਗੱਲ ਹੈ ਪ੍ਰਵੀਨ ਜੀ, ਜੇ ਸਮਾਂ ਲੈਣਾ ਚਾਹੀਦਾ, ਹੁਣ ਸਮਾਂ ਮਤਲਬ ਕੋਈ 5-7 ਦਿਨ ਨਾ ਫੌਜਾਂ ਨੂੰ ਨਾ ਥੋੜਾ ਇੰਜੋਏ ਕਰ ਲੈਣਾ ਚਾਹੀਦਾ ਜੀ। ਮਤਲਬ ਕਿ ਉਹਨਾਂ ਦਾ ਜਿਹੜਾ ਇਸਤਕਬਾਲ ਹੋਣਾ, ਇੱਥੇ ਸਵਾਗਤ ਹੋਣਾ ਇੱਕ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਹੈ। ਮੈਂ ਤੁਹਾਨੂੰ ਹਿਸਟਰੀ ਦੇ ਵਿੱਚ ਦੱਸਦਾ ਕਿ 4 ਭਾਗਾਂ ਦੇ ਵਿੱਚ ਕਿਸਾਨਾਂ ਦੀ ਜਿੱਤ ਨੂੰ ਵੰਡਿਆ ਜਾ ਸਕਦਾ ਹੈ। ਪਗੜੀ ਸੰਭਾਲ ਜੱਟਾ, ਉਹ ਲਹਿਰ ਜਿੱਤ ਤੱਕ ਪਹੁੰਚੀ ਸੀ, 9 ਮਹੀਨੇ ਚੱਲੀ। ਸੈਕੰਡ ਸਰ ਛੋਟੂ ਰਾਮ ਦਾ ਦੌਰ, ਟੀਮੇਜ ਉਹਨਾਂ ਦੀ ਜਿੱਤ ਸੀ। ਥਰਡ ਆਜ਼ਾਦੀ ਤੋਂ ਬਾਅਦ ਜਦੋਂ ਚੌਧਰੀ ਮਹਿੰਦਰ ਸਿੰਘ ਟਕੈਤ ਉਰਫ ਬਾਬਾ ਨੇ ਉਸ ਟਾਈਮ ਦੀ ਕਹਿੰਦੀ ਕਹਾਉਂਦੀ ਰਾਜੀਵ ਸਰਕਾਰ ਝੁਕਾ ਦਿੱਤੀ, ਉਹ ਜਿੱਤ ਸੀ ਤੇ ਚੌਥੀ ਆ। ਇਹ ਇਤਿਹਾਸਕ ਇਸ ਕਰਕੇ ਆ ਕਿ ਇਹ ਲੰਬੀ ਚੱਲੀ ਹੈ, ਬਿਲਕੁਲ ਇਹ ਲੜਾਈ ਲੰਬੀ ਚੱਲੀ ਆ। ਔਰ ਇਹਨੂੰ ਲੜਨ ਦਾ ਤਰੀਕਾ ਐਤਕੀ ਜੁਦਾ ਸੀ। ਕਿੱਥੇ ਬੈਲ ਗੱਡੀਆਂ, ਸਾਈਕਲ, ਕਿੱਥੇ ਟਰੈਕਟਰ, ਰੇਂਜ ਰੋਵਰਾਂ, ਬਿਲਕੁਲ ਕਿੱਥੇ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ, ਬਰਾਬਰ ਆਈਟੀ ਸੈੱਲ, ਮੈਂ ਕਹਿੰਦਾ ਬਰਾਬਰ ਵਾਣੂ ਵਾਣੀ ਭਜਾਇਆ ਜੀ। ਸੋ ਗੱਲ ਇਹ ਆ ਕਿ ਜਿੱਦਾਂ ਨਾ ਮੈਂ ਇੱਕ ਇਤਿਹਾਸ ਪੜ੍ਹਦਾ ਹੁੰਦਾ, ਜਦੋਂ ਤਾਂ ਕਈ ਵਾਰ ਬੰਦੇ ਨੂੰ ਨਾ ਇਹੋ ਜਿਹੀਆਂ ਚੀਜ਼ਾਂ ਪੜ੍ਹਨ ਨੂੰ ਮਿਲਦੀਆਂ ਕਿ ਸ਼ੌਕਡ ਹੋ ਜਾਂਦਾ ਬੰਦਾ। ਮੈਂ ਥੋੜਾ ਜਿਹਾ ਤੁਹਾਨੂੰ ਹਵਾਲਾ ਦਿੰਦਾ। ਨਾਰਥ ਈਸਟ ਰੀਜਨ ਜਦੋਂ ਮਤਲਬ ਕਿ ਸ਼ਾਹਜਹਾਂ ਬਿਮਾਰ ਪੈਂਦਾ, ਉਦੋਂ ਤੋਂ ਲੈ ਕੇ ਤਕਰੀਬਨ 1615 ਤੋਂ ਲੈ ਕੇ 1680 ਤੱਕ ਜ਼ੋਰ ਲਾ ਲਿਆ ਮੁਗਲਾਂ ਨੇ, ਜ਼ੋਰ ਲਾ ਲਿਆ। ਠੀਕ ਹੈ, ਨਾਰਥ ਈਸਟ ਜਿੱਤਿਆ ਨਹੀਂ ਗਿਆ। ਠੀਕ ਹੈ ਜੀ, ਨਾਰਥ ਈਸਟ ਜਿੱਤਿਆ ਨਹੀਂ ਗਿਆ, ਜਿਹੜੇ ਸਦੀਆਂ ਤੋਂ ਰਾਜ ਕਰ। ਹਾਂਜੀ ਹਾਂਜੀ ਹਾਂਜੀ, ਉਹਨਾਂ ਦੇ ਹੀਰੋ ਹੈ ਲਚਿਤ ਬਨਪੁਖਾਰ। ਠੀਕ ਹੈ, ਕਿਆ ਯੁੱਧ ਨੀਤੀ ਸੀ ਬੰਦੇ ਦੀ। ਜਦੋਂ ਉਹਨੇ ਇਹਨਾਂ ਦੇ ਬੰਦੇ ਜਿਹੜੇ ਸੀਗੇ ਨਾ ਫੜੇ ਹੋਏ ਸੀਗੇ, ਇਹ ਅਹੋਮ ਵੰਸ਼ ਸੀਗਾ ਉਸ ਟਾਈਮ ਰਾਜ ਕਰਦਾ ਸੀ, ਅਹੋਮ ਡਾਇਨਸਟੀ। ਠੀਕ ਹੈ, ਇਹਨਾਂ ਨੇ ਜਦੋਂ ਬੰਦੀ ਬੁੰਦੀ ਬਣਾ ਲਏ ਉਹਨਾਂ ਦੇ ਅਹੋਮ ਵਾਲਿਆਂ ਦੇ। ਹੁੰਦਾ ਕੀ ਸੀਗਾ ਕਿ ਤਕਰੀਬਨ 1.5 ਦਰਜਨ ਤੋਂ ਵੱਧ ਦੇ ਯੁੱਧ ਹੋਇਆ, ਉਹਨਾਂ 'ਚ ਜ਼ਿਆਦਾਤਰ ਉਹੀ ਜਿੱਤੇ ਅਹੋਮ। ਠੀਕ ਹੈ, ਪਰ ਜੇ ਕਿਤੇ ਜਿੱਤ ਵੀ ਜਾਂਦੇ ਸੀ ਉਹ ਫੇਰ ਇਕੱਠੇ ਹੁੰਦੇ ਸੀ, ਫੇਰ ਲੜਦੇ ਸੀ, ਫੇਰ ਖੋ ਲੈਂਦੇ ਸੀ ਇਹਨਾਂ ਤੋਂ ਇਲਾਕਾ। ਵਾਹ। ਇਹ ਜਦੋਂ ਮਤਲਬ ਕਿ ਇਹਨਾਂ ਦਾ ਹੈਗਾ ਸੀਗਾ ਨਾ ਸੈਨਾਪਤੀ ਕਹਿ ਲਓ ਜਾਂ ਕਮਾਂਡਰ ਕਹਿ ਲਓ, ਫਿਰੋਜ਼ ਉਹਦਾ ਨਾਮ ਸੀਗਾ, ਉਹਨੂੰ ਵੀ ਉਹਨਾਂ ਨੇ ਛਡਾ ਲਿਆ ਚੌਂਕੀ ਤੇ ਹਮਲਾ ਕਰਕੇ। ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਲਾਚਿਤ ਬਹੁਤ ਤਗੜਾ ਕਹਿ ਲਓ ਕਿ ਵਾਰ ਹੀਰੋ ਸੀਗਾ ਉਹਨਾਂ ਦਾ। ਠੀਕ ਹੈ, ਅੱਛਾ ਉਸ ਤੋਂ ਬਾਅਦ ਮੁਗਲ ਆਪਣੀ ਸਟ੍ਰੈਟਜੀ ਬਦਲ ਕੇ ਜਾਂਦੇ ਨੇ। ਕਹਿੰਦੇ ਆ ਕਿ ਨਦੀ ਪਾਰ ਕਰਨੀ ਔਖੀ ਕਿਉਂਕਿ ਨਦੀਆਂ ਦਾ ਏਰੀਆ ਹੈ ਨਾ, ਬ੍ਰਹਮਪੁੱਤਰ ਵਗੈਰਾ। ਤਾਂ
ਇਹ ਬੜੀ ਤਕੜੀ ਫੌਜ ਸ਼ਕਤੀ ਲੈ ਕੇ ਨਾ ਬੇੜੀਆਂ ਤੇ ਸਵਾਰ ਹੋ ਕੇ ਜਾਂਦੇ ਆ। ਠੀਕ ਹੈ। ਉਹ ਐਸਾ ਹੀਰੋ ਸੀ ਬੰਦਾ ਜੀ। ਵੈਸੇ ਤੇ ਅੱਜ ਕੱਲ ਅਸਲੀ ਹੀਰੋ ਜਿਹੜੇ ਆ ਨਾ ਘੱਟ ਪੜਾਏ ਜਾਂਦੇ ਨੇ। 7 ਬੇੜੀਆਂ 'ਚ ਸਵਾਰ ਹੋ ਕੇ ਆਏ ਆ। 6 ਸੈਂਕੜਿਆਂ 'ਚ ਸੀ। ਸੱਤਾਂ ਨਾਲ ਹੀ ਫਨਾਹ ਕਰਤਾ ਸਾਰਾ ਕੁਝ। ਮਤਲਬ ਹਾਂਜੀ, ਮੈਂ ਇਸ ਗੱਲ ਦੀ ਤਾਂ ਇਸ ਗੱਲ ਦੇ ਨਾਲ ਜੁੜਾਵ ਕਰਕੇ ਕਹਾਣੀ ਸੁਣਾ ਰਿਹਾ ਕਿ ਮੈਨੂੰ ਅੱਜ ਇਉਂ ਫਖਰ ਮਹਿਸੂਸ ਹੁੰਦਾ ਹੈ ਕਿ ਜਿਸ ਕਾਰਪੋਰੇਟ ਨੂੰ, ਜਿਸ ਹਾਕਮ ਨੂੰ ਕੋਈ ਰੋਕ ਨਹੀਂ ਸਕਿਆ, ਜਿਹੜਾ ਜੇਤੂ ਸੀ ਬਿਲਕੁਲ, ਉਹਦੀ ਮੁਹਿੰਮ ਨੂੰ ਜੇ ਕਿਸੇ ਨੇ ਠੱਲਿਆ ਤਾਂ ਉਹ ਨਾਰਥ ਦੇ ਕਿਸਾਨਾਂ ਨੇ। ਜੀ ਬਿਲਕੁਲ। ਨਾਰਥ ਈਸਟ ਉਹ ਮੁਗਲਾਂ ਨੂੰ ਠੱਲਦੇ ਆ, ਇੱਧਰ ਨਾਰਥ ਵਾਲਿਆਂ ਨੇ ਇਸ ਸ਼ਕਤੀ ਨੂੰ ਠੱਲ ਦਿੱਤਾ। ਬਿਲਕੁਲ। ਜਿਹਦੇ ਵਿੱਚ ਅਥਾਹ ਪਾਵਰ, ਜਿਹਦੇ ਵਿੱਚ ਅਥਾਹ ਸਰਮਾਇਆ, ਫੈਸਲੇ ਥੋਪਣ ਦਾ। ਹਾਂਜੀ, ਤਾਂ ਮੈਂ ਇਹ ਚਾਹੁੰਦਾ ਵਾਂ ਕਿ ਪਹਿਲਾਂ ਹੀਰੋ ਨਾ ਜਿਹੜੇ, ਉਹਨਾਂ ਨੂੰ ਕ੍ਰੈਡਿਟ ਦਿੱਤੇ ਜਾਣੇ ਚਾਹੀਦੇ ਆ। ਉਹਨਾਂ ਦਾ ਭਰਪੂਰ ਮੈਂ ਕਹਿੰਦਾ ਕਿ ਸਵਾਗਤ ਹੋਣਾ ਚਾਹੀਦਾ, ਉਹਨਾਂ ਦਾ ਸ਼ੁਕਰਾਨਾ ਹੋਣਾ ਚਾਹੀਦਾ। ਜੀ ਸਹੀ ਹੈ। ਹੁਣ ਕਜ਼ਾਰੀਆ ਟਾਈਲ ਵਾਲੇ ਇਹ ਲੁਕਵੇਂ ਹੀਰੋ ਨੇ। ਕਿ ਤੁਹਾਨੂੰ ਪਤਾ ਕਿ ਕਜ਼ਾਰੀਆ ਟਾਈਲ ਵਾਲੇ ਤੇ ਕਿੰਨਾ ਪ੍ਰੈਸ਼ਰ ਪਾਇਆ ਕੇਂਦਰ ਸਰਕਾਰ ਨੇ। ਅੱਛਾ। ਜਿੱਥੇ ਮੀਟਿੰਗਾਂ ਹੁੰਦੀਆਂ ਸਾਰੀਆਂ ਜੀ, ਉਸ ਬੰਦੇ ਦਾ ਕੰਮਕਾਰ ਇਸ ਕਦਰ ਪ੍ਰਭਾਵਿਤ ਹੋਇਆ ਕਿ ਬੱਚੇ ਸਰਕਾਰੀ ਸਕੂਲ ਚੋਂ ਪ੍ਰਾਈਵੇਟ ਸਕੂਲ ਚੋਂ ਸਰਕਾਰੀ ਸਕੂਲ ਚ ਕੱਲਣੇ ਪਏ। ਕਿੱਥੇ ਕਜ਼ਾਰੀਆ ਟਾਇਲਸ, ਕਿੱਥੇ ਸਰਕਾਰੀ ਸਕੂਲ ਚ ਬੱਚੇ ਪਾਉਣੇ ਪਏ, ਪ੍ਰਾਈਵੇਟ ਸਕੂਲ ਦੀ ਫੀਸ ਵੀ ਭਰਨੀ ਹੋਈ ਜੀ। ਫਿਰ ਖਾਪ ਪੰਚਾਇਤਾਂ, ਦਲਾਲ ਖਾਪ, ਦਈਆ ਖਾਪ, ਫਲਾਨੀ ਖਾਪ, ਉਹਨਾਂ ਨੇ ਜਿਸ ਤਰੀਕੇ ਨਾਲ ਜਾ ਕੇ ਉੱਥੇ ਤੰਬੂ ਗੱਡ ਦਿੱਤੇ ਕਿ ਆਓ ਜਿਹੜਾ ਆਉਂਦਾ ਅਸੀਂ ਖਲੋਤੇ ਆ, ਤੁਹਾਡੀ ਐਸੀ ਕੀ ਤੈਸੀ, ਆਓ ਜਿਹੜਾ ਗੁੰਡਾ ਆਉਂਦਾ ਕੋਈ, ਆਓ ਵੇਖੋ ਤਮਾਸ਼ਾ। ਫਿਰ ਗੁਰੂ ਘਰਾਂ ਦਾ ਸਹਿਯੋਗ, ਗੁਰੂ ਕਾ ਲੰਗਰ, ਜੀ ਬਿਲਕੁਲ। ਟਰੈਕਟਰਾਂ ਤੋਂ ਲੈ ਕੇ ਕਰੈਕਟਰਾਂ ਤੱਕ ਪਹਿਲਾਂ ਚਿੰਤਨ ਹੋਣਾ ਚਾਹੀਦਾ, ਕ੍ਰੈਡਿਟ ਜਾਣਾ ਚਾਹੀਦਾ। ਬਿਲਕੁਲ ਸਹੀ, ਬਿਲਕੁਲ। ਉਸ ਤੋਂ ਬਾਅਦ ਸੋਚਿਆ ਜਾਵੇ, ਰਣਨੀਤੀ ਬਣਾ ਲਈ ਜਾਵੇ ਜਿੱਥੇ ਸਹਿਮਤੀ ਆ। ਔਰ ਜੇ ਅਰਵਿੰਦ ਕੇਜਰੀਵਾਲ ਸ਼ੁਰੂ ਚ ਲੋਕਾਂ ਤੋਂ ਰਾਏ ਲੈ ਸਕਦਾ, ਤੁਸੀਂ ਵੀ ਰਾਏ ਲਓ ਕਿ ਕੀ ਕੀਤਾ ਜਾਣਾ ਚਾਹੀਦਾ, ਕਿਉਂਕਿ ਤੁਸੀਂ ਫੌਜਾਂ ਦੇ ਸਿਰ ਤੇ ਹੋ। ਜਰਨੈਲ ਲੋਕਮਤ, ਹਾਂਜੀ, ਜਰਨੈਲ ਆਪ ਨਹੀਂ ਲੜਦੇ, ਕਹਿੰਦੇ ਹੁੰਦੇ ਆ ਕਿ ਲੜਦੀਆਂ ਫੌਜਾਂ ਨਾ ਸਰਦਾਰਾਂ ਦੇ। ਤਾਂ ਨਾ ਬੇਸ਼ੱਕ ਤੁਹਾਡੇ ਨੇ ਅੱਜ ਨਾ ਗੂੰਜ ਰਹੇ ਨੇ ਸੰਸਾਰ ਦੇ ਵਿੱਚ, ਪਰ ਤੁਸੀਂ ਉਹਨਾਂ ਦੇ ਸਿਰ ਤੇ ਹੋ ਜਿਨ੍ਹਾਂ ਨੇ ਕੰਮਕਾਰ ਛੱਡ ਕੇ ਬੀਬੀਆਂ ਤੋਂ ਲੈ ਕੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਤਪਦੀਆਂ ਧੁੱਪਾਂ ਤੇ ਵਰਦੇ ਕੋਰਿਆਂ ਚ ਉੱਥੇ ਬਿਠਾਈ ਰੱਖੇ। ਜੀ ਬਿਲਕੁਲ। ਉਹਨਾਂ ਤੋਂ ਰਾਏ ਲੈ ਲਓ, ਜੋ ਮਰਜ਼ੀ ਅੱਗੇ ਕਰ ਲਓ। ਲੰਮਾ ਚੌੜਾ ਲੈ ਗਿਆ ਮੈਂ, ਪਰ ਇਹ ਪ੍ਰਸੰਗ ਹੀ ਐਸਾ ਹੈ ਕਿ ਅੱਜ ਜਿੱਦਾਂ ਕਹਿ ਲਓ ਨਾ ਜੇ ਤੂੰ ਉੱਡੂ ਕਰਦਾ ਹੈ। ਜੀ ਬਿਲਕੁਲ। ਇਸੇ ਗੱਲ ਨੂੰ ਹੀ ਇੱਕ ਹੋਰ ਸਵਾਲ ਦੇ ਨਾਲ ਜੋੜਦੇ ਆ। ਦੋ ਇਸ ਵੇਲੇ ਰਾਇਆਂ ਨੇ, ਇੱਕ ਪਹਿਲੀ ਪ੍ਰੋਫੈਸਰ ਦਰਸ਼ਨਪਾਲ ਜੀ, ਦੂਜੀ ਉਗਰਾਹਾਂ ਸਾਹਿਬ। ਉਹ ਕਹਿੰਦੇ ਨੇ ਕਿ ਇਲੈਕਸ਼ਨ ਸਿਸਟਮ ਦੇ ਵਿੱਚ ਨਹੀਂ ਆਉਣਾ ਚਾਹੀਦਾ, ਜਦਕਿ ਆਮ ਲੋਕ, ਬੁੱਧੀਜੀਵੀ ਲੋਕ ਇਹ ਗੱਲ ਨੂੰ ਪਹਿਲ ਦਿੰਦੇ ਨੇ, ਇਸ ਗੱਲ ਦਾ, ਇਸ ਤਰਕ ਨੂੰ ਵਜ਼ਨਦਾਰ ਮੰਨਦੇ ਨੇ ਕਿ ਹੁਣ ਸਮਾਂ ਆ ਗਿਆ ਵੋਟ ਨਾਲ ਚੋਟ ਕਰਨ ਦਾ ਤੇ ਵੋਟਾਂ ਦੇ ਨਾਲ ਵਿਧਾਨ ਸਭਾ ਚ ਜਾਣ ਦਾ। ਮੈਨੂੰ ਜੀ ਤੁਹਾਨੂੰ ਕੀ ਲੱਗਦਾ ਹੈ? ਸੰਖੇਪ ਸ਼ਬਦਾਂ ਦੇ ਵਿੱਚ ਹੀ ਮੈਂ ਸੁਣਨਾ ਚਾਹਾਂਗਾ। ਮੈਂ ਪ੍ਰਵੀਨ ਜੀ, ਮੈਂ ਇਸ ਗੱਲ ਨਾਲ, ਇਸ ਥਿਊਰੀ ਨਾਲ ਨਾ ਟੋਟਲੀ ਡਿਸਐਗਰੀ ਹੁੰਨਾ ਕਿ ਰਾਜਨੀਤੀ ਚ ਤੁਹਾਡੀ ਮਰਜ਼ੀ, ਤੁਸੀਂ ਆਉਣਾ ਜਾਂ ਨਾ ਆਉਣਾ। ਠੀਕ ਹੈ। ਪਰ ਜਿਹੜਾ ਕਹਿਣਾ ਕਿ ਰਾਜਨੀਤੀ ਗਾਉਂਦੇ ਆ, ਫਲਾ ਆ, ਟਮਕਾ ਆ, ਫਿਰ ਉਸ ਰਾਜਨੀਤੀ ਤੋਂ ਅਸੀਂ ਆਸ ਕਿਵੇਂ ਰੱਖਦੇ ਆ? ਮਤਲਬ ਕਿ ਇੱਕ ਪਰਸੈਪਸ਼ਨ ਰਾਜਨੀਤੀ ਨੇ ਕੱਢ ਦਿੱਤੀ ਕਿ ਨਹੀਂ ਇਹਦੇ ਚ ਨਹੀਂ ਆਉਣਾ ਚਾਹੀਦਾ, ਆਮ ਬੰਦਾ ਨਾ ਆ ਜਾਵੇ ਇਹਦੇ ਚ। ਹਾਂ, ਇਹ ਹੈ। ਸੋ ਇਹ ਪਰਸੈਪਸ਼ਨ ਹੈ। ਠੀਕ ਆ, ਕਿਸੇ ਦੀ ਆਈਡੀਓਲੋਜੀ ਮਨਾ ਕਰਦੀ ਹੈ, ਜਿਵੇਂ ਕਹਿ ਲਓ ਕਿ ਉਗਰਾਹਾਂ ਵਾਲੇ, ਉਹ ਇੱਕ ਇਹਦੇ ਪਿੱਛੇ ਇੱਕ ਲੌਜਿਕ ਦਿੰਦੇ ਨੇ, ਉਹਨਾਂ ਦਾ ਬੜਾ ਤਕੜਾ ਲੌਜਿਕ ਹੈ। ਹਾਂਜੀ, ਉਹ ਵੋਟ ਸਿਸਟਮ ਚ ਕਿਉਂ ਨਹੀਂ ਆਉਂਦੇ? ਉਹ ਕਹਿੰਦੇ ਆ ਕਿ ਅਸੀਂ ਵੋਟ ਸਿਸਟਮ ਚ ਇਸ ਕਰਕੇ ਨਹੀਂ ਆਉਂਦੇ, ਅਸੀਂ ਲੋਕ ਰਾਜ ਚਾਹੁੰਦੇ ਆ ਕਿ ਲੋਕ ਹੀ ਇੰਨੇ ਸ਼ਕਤੀਸ਼ਾਲੀ ਹੋ ਜਾਣ ਇਕੱਠੇ ਹੋ ਕੇ ਕਿ ਉਹ ਸਰਕਾਰ ਤੋਂ ਆਪਣਾ ਕੰਮ ਆਪ ਹੀ ਕਰਵਾ ਲੈਣ, ਮਤਲਬ ਕਿ ਅਸਲੀ ਸਰਕਾਰ ਹੀ ਉਹ ਬਣ ਜਾਣ। ਸੋ ਇਹ ਉਹਨਾਂ ਦਾ ਬਹੁਤ ਸੋਲਿਡ ਇੱਕ ਕਹਿ ਲਓ ਕਿ ਤਰਕ ਆ ਜੀ। ਉਹ ਅਸੀਂ ਦੇ ਤਰੀਕੇ ਨਾਲ ਕਹਿੰਦੇ ਡਰਾਈਵਨ ਫੋਰਸਸ ਲੋਕ ਹੋਣ। ਹਾਂਜੀ, ਬਿਲਕੁਲ। ਸਰਕਾਰ ਜਿਹੜੀ ਹੈ ਉਹ ਲੋਕਾਂ ਤੋਂ ਪੁੱਛ ਕੇ ਕੰਮ ਕਰੇ, ਲੋਕਾਂ ਦੀ ਸਰਕਾਰ ਹੋਵੇ, ਲੋਕ ਰਾਜ ਹੋਵੇ। ਉਹ ਇਸ ਤਰ੍ਹਾਂ ਦੀ ਇੱਕ ਪਰਿਭਾਸ਼ਾ ਤੈਅ ਕਰਦੇ ਆ। ਦਰਸ਼ਨਪਾਲ ਜੀ ਤੁਹਾਨੂੰ ਪਤਾ ਬਹੁਤ ਪੜ੍ਹੇ ਲਿਖੇ ਨੇ, ਉਹਨਾਂ ਦੇ ਆਪਣੇ ਵਿਚਾਰ ਨੇ, ਮੈਂ ਉਹਨਾਂ ਦੀ ਕਦਰ ਕਰਦਾ ਵਾਂ। ਪਰ ਅਸੀਂ ਇਹ ਨਾ ਕਹੀਏ ਕਿ ਫਲਾਣਾ ਵੀ ਨਾ ਆਵੇ, ਯਾਰ ਜੇ ਆਉਂਦਾ ਤਾਂ ਆਵੇ, ਕੋਈ ਚੱਕਰ ਨਹੀਂ ਹੈ। ਪਰ ਮੈਂ ਕਹਿੰਦਾ ਜੇ ਆਉਣਾ ਹੈ ਨਾ, ਇੱਕ ਤੇ ਇਹ ਆ ਕਿ ਫਿਰ ਆਲ ਰਾਉਂਡ ਤੁਹਾਨੂੰ ਵਿਜ਼ਨ ਵੀ ਰੱਖਣਾ ਪਏਗਾ ਨਾ। ਇਕੱਲੇ ਕਿਸਾਨੀ ਨਾਲ ਵੋਟ ਨਹੀਂ ਪੈਂਦੀ ਹੁੰਦੀ, ਤੁਹਾਨੂੰ ਸਾਰੇ ਵਰਗ ਜੋੜਨੇ ਪੈਣੇ, ਮਜ਼ਦੂਰ ਵਰਗ, ਉਹਦੀ ਤਾਂ ਕੋਈ ਬਾਤ ਹੀ ਨਹੀਂ ਪੁੱਛ ਰਿਹਾ ਨਾ।
ਮਜ਼ਦੂਰ ਠੀਕ ਆ, ਵੱਡੀ ਤਾਦਾਦ ਚ ਨਾ ਸਹੀ, ਦਰਮਿਆਨੀ ਤਾਦਾਦ ਚ ਨਾਲ ਸਪੋਰਟ ਕਰ ਰਿਹਾ ਸੀ। ਅਸੀਂ ਉਹਨਾਂ ਨੂੰ ਵੀ ਕੁਝ ਹਾਸਲ ਕਰਕੇ ਦੇਣਾ ਹੈ ਨਾ। ਜੇ ਸਰਕਾਰ ਚਾਹੁੰਦੇ ਆ ਜਾਂ ਪਾਵਰ ਚਾਹੁੰਦੇ ਆ ਜਾਂ ਪ੍ਰੈਸ਼ਰ ਗਰੁੱਪ ਬਣਾਉਣੇ ਆ ਜੀ, ਫਿਰ ਵਪਾਰ ਤੋਂ ਬਗੈਰ ਵੀ ਸਾਡਾ ਕੰਮ ਨਹੀਂ ਚੱਲਣਾ, ਸਾਡੀ ਇਕਨੋਮੀ ਨਹੀਂ ਚੱਲੇਗੀ। ਛੋਟੇ ਕਾਰੋਬਾਰੀ, ਦਰਮਿਆਨੇ ਕਾਰੋਬਾਰੀ, ਵੱਡੇ ਕਾਰੋਬਾਰੀ ਸਾਰੇ ਹੀ ਰਗੜੇ ਪਏ ਨੇ ਇਸ ਟਾਈਮ, ਇਸ ਦੌਰ ਦੇ ਵਿੱਚ। ਸਾਨੂੰ ਉਹਨਾਂ ਨੂੰ ਵੀ ਨਾਲ ਲੈ ਕੇ ਚਲਾਉਣਾ ਪਏਗਾ। ਆਰਥਿਕਤਾ ਦੇ ਪਹੀਏ ਨਹੀਂ। ਹਾਂਜੀ ਹਾਂਜੀ ਬਿਲਕੁਲ। ਐਸੀ ਭਾਈਚਾਰਾ, ਹਿੰਦੂ ਵੋਟ, ਇਹ ਸਾਰੀਆਂ ਚੀਜ਼ਾਂ ਸੋਚਣੀਆਂ ਪੈਣਗੀਆਂ ਸਰਕਾਰ ਬਣਾਉਣ ਵਾਸਤੇ, ਜੇ ਸਰਕਾਰ ਬਣਾਉਣ ਵਾਸਤੇ ਸੋਚਦੇ। ਪਰ ਮੇਰੀ ਰਾਏ ਇਹ ਆ ਕਿ ਜ਼ਿਆਦਾ ਨਹੀਂ, 15 ਕੁ ਸੀਟਾਂ ਤੇ ਫੋਕਸ ਕਰ ਲੈਣ। ਠੀਕ ਹੈ, ਪੂਰੀ ਤਾਕਤ ਝੋਕ ਦੇਣ। 10-15 ਲੀਡਰ ਤਾਂ ਨਿਕਲ ਆਉਣਗੇ ਜਿਹੜੇ ਕਹਿ ਲਓ ਕਿ ਟੌਪ ਮੋਸਟ ਪਪੂਲਰ ਨੇ ਇਸ ਟਾਈਮ। ਜੀ ਜੀ 10-15 ਜਿਹੜੀਆਂ ਨਿਰੋਲ ਪੇਂਡੂ ਸੀਟਾਂ ਹੈ ਉਹ ਜਿੱਤ ਲੈਣ, 20 ਤੇ ਬੰਦੇ ਖਿਲਾਰ ਲੈਣ, ਜ਼ਿਆਦੀਆਂ ਨੂੰ ਨਾ ਪੈਣ। ਠੀਕ ਹੈ, ਜ਼ਿਆਦੀਆਂ ਨੂੰ ਨਾ ਪੈਣ। ਹਾਂਜੀ ਹਾਂਜੀ 15 ਜਿੱਤ ਲਈਆਂ, ਇਹ ਹੋ ਜਾਣਗੇ ਜਿੱਦਾਂ ਕਹਿ ਲਈਏ ਨਾ ਕਿ ਚਾਬੀ ਦੇ ਮਾਲਕ ਹੋ ਜਾਣਗੇ, ਸੱਤਾ ਦੀ ਚਾਬੀ ਦੇ ਮਾਲਕ। ਫਿਰ ਗੇਮ ਜਿਹੜੀ ਹੈ ਨਾ ਉਹ ਫਸ ਜਾਏਗੀ ਕਸੂਤੀ। ਗੇਮ ਚੇਂਜਰ ਤੇ ਕਿੰਗ ਮੇਕਰ ਬਣ ਸਕਦੇ। ਬਿਲਕੁਲ, ਗੇਮ ਚੇਂਜਰ ਤੇ ਕਿੰਗ ਮੇਕਰ ਹੀ ਬਣਨ ਦੀ ਲੋੜ ਹੈ ਕਿ ਲਓ ਭਾਈ ਹੁਣ ਦੱਸੋ ਕਿਵੇਂ ਕਰਨੀ ਹੈ। ਆ ਜਾਓ ਹੁਣ ਟੇਬਲ ਤੇ ਬੈਠਨੇ ਆ ਜੀ। ਬਿਲਕੁਲ, ਟੇਬਲ ਤੇ ਬੈਠਣ ਦਾ ਤਜਰਬਾ ਵੀ ਵਾਵਾ ਹੋ ਗਿਆ, ਬਹੁਤ ਹੋ ਗਿਆ, ਬਹੁਤ ਹੋ ਗਿਆ। 11 ਮੀਟਿੰਗਾਂ ਥੋੜੀਆਂ ਥੋੜੋ ਸਰਕਾਰ ਦੇ ਨਾਲ, ਖਾਸ ਕਰਕੇ ਉੱਥੇ ਜਿੱਥੇ ਥਿੰਕ ਟੈਂਕ ਵੱਡੇ ਵੱਡੇ ਨੇ ਸਰਕਾਰ ਕੋਲੇ। ਖੈਰ, ਕਿੰਗ ਮੇਕਰਾਂ ਦੀ ਗੱਲ ਕਰਦੇ ਆ ਤੇ ਹੁਣ ਜਿਹੜੇ ਕਿੰਗ ਮੇਕਰ ਜਾਂ ਕਿੰਗ ਬਣਨ ਦੀ ਦੌੜ ਦੇ ਵਿੱਚ ਨੇ ਉਹਨਾਂ ਦੀ ਗੱਲ ਕਰ ਰਹੇ ਨੇ। ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ 30 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕੁਝ ਅੰਦਰੋਂ ਅੰਦਰੀ ਖਬਰਾਂ ਹੋਰ ਵੀ ਸੁਣਨ ਨੂੰ ਮਿਲੀਆਂ ਨੇ ਕਿ ਕਈ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਐਕਸੈਪਟ ਜਾਂ ਸਵੀਕਾਰ ਕਹਿ ਲਓ ਨਹੀਂ ਕੀਤਾ ਜਾ ਰਿਹਾ। ਮਿੰਟੂ ਜੀ, ਪਹਿਲਾਂ ਤਾਂ ਜਿੱਦੇ ਐਮਐਲਏ ਭੱਜ ਰਹੇ ਸੀਗੇ ਕਾਂਗਰਸ ਪਾਰਟੀ ਵੱਲ, ਉਹਦੇ 10 ਦੀ ਸੂਚੀ ਮੇਰੇ ਖਿਆਲ ਚ ਲਿਆਂਦੀ ਕਾਲੀ ਗਰੰਟੀ ਸੀਗੀ ਐਮਐਲਏਸ ਨੂੰ ਕਿ ਜਾਇਓ ਨਾ, ਟਿਕਟ ਦੀ ਗਰੰਟੀ। ਹਾਂਜੀ ਹਾਂਜੀ। ਹੁਣ 30 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਔਰ ਮੇਰੇ ਖਿਆਲ ਦੇ ਨਾਲ ਤੁਸੀਂ ਪਿਛਲੇ ਇਲੈਕਸ਼ਨ ਨੂੰ ਬੜਾ ਨੇੜੇ ਦੇਖਿਆ, ਹੁਣ ਦੀ ਕੰਪੇਨ ਨੂੰ ਹਰ ਰੋਜ਼ ਆਪਾਂ ਕਵਰ ਕਰਦੇ ਹਾਂ ਡੇ ਬਾਈ ਡੇ। ਕੀ ਲੱਗਦਾ ਕਿ ਕੀ ਵੱਖਰੀ ਹੈ ਉਹ ਕੰਪੇਨ? ਤੇ ਮੈਂ ਮਤਲਬ ਕਿ ਪ੍ਰਿੰਟ ਮੀਡੀਆ ਕਰਮੀ ਹੋਣ ਦੇ ਨਾਤੇ ਖੁਦ ਕਵਰ ਕੀਤੀ ਇਹਨਾਂ ਦੀ, ਖਾਸ ਤੌਰ ਤੇ ਲੰਬੀ ਜਾਂ ਮੁਕਤਸਰ ਏਰੀਏ ਦੇ ਵਿੱਚ। ਉਹ ਐਤਕੀ ਥੋੜੀ ਡਿਫਰੈਂਟ ਹੈ, ਥੋੜੀ ਵੱਖਰੀ ਹੈ। ਉਹ ਜੋਸ਼ ਨਹੀਂ ਹੈ ਜੋ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਹੀ 1 ਸਾਲ ਪਹਿਲਾਂ ਰੈਲੀਆਂ ਦਾ ਰੇਲਾ ਧੱਕ ਦਿੱਤਾ ਸੀਗਾ। ਬਾਦਲਾਂ ਦੇ ਗੜ ਚ ਆ ਕੇ ਜਿਹੜੀ ਰੈਲੀ ਕੀਤੀ ਸੀ ਇਹਨਾਂ ਨੇ, ਉਹ ਏਦਾਂ ਲੱਗਦੀ ਸੀ ਕਿ ਬਾਈ ਹਿਲਾ ਦੋ ਸਾਰਾ ਕੁਝ। ਹਾਂਜੀ ਹਾਂਜੀ, ਥਾਣੇ ਦੇ ਨਾਲ ਹੀ ਸਟੇਡੀਅਮ ਦੇ ਵਿੱਚ ਰੈਲੀ ਕੀਤੀ ਸੀ। ਉਹਦੇ ਚ ਸੁੱਚਾ ਸਿੰਘ ਛੋਟੇਪੁਰ, ਸੰਜੇ ਸਿੰਘ ਆਏ ਸਨ। ਸੰਜੇ ਸਿੰਘ ਦੀ ਸਪੀਚ ਬਾ ਕਮਾਲ ਸਪੀਚ ਸੀ ਉਸ ਟਾਈਮ। ਤੇ ਫਿਰ ਇਸ ਤੋਂ ਇਲਾਵਾ ਭਗਵੰਤ ਮਾਨ ਉਹਦਾ ਜਲਵਾ ਸੀ ਉਸ ਟਾਈਮ, ਜਲਵਾ ਜੁੰਬਸ਼। ਬਿਲਕੁਲ। ਤਾਂ ਐਤਕੀ ਉਹ ਮਤਲਬ ਕਿ ਵੱਡੀਆਂ ਰੈਲੀਆਂ ਜਾਂ ਤਾਮਝਾਮ ਉਹ ਇੰਨਾ ਤੇ ਨਹੀਂ ਹੈਗਾ। ਪਰ ਜਿਹੜੀ ਇਹ ਸੂਚੀ ਜਾਰੀ ਕੀਤੀ ਹੈ, ਪਹਿਲੀ ਗੱਲ ਤੇ ਇਹ ਹੈ ਪ੍ਰਵੀਨ ਜੀ, ਸੂਚੀ ਜਿਹਦੀ ਵੀ ਜਾਰੀ ਹੋਏਗੀ ਥੋੜੀ ਨਾਰਾਜ਼ਗੀ ਤੇ ਜ਼ਾਹਰ ਹੋਣੀ ਹੈ। ਅਕਾਲੀ ਦਲ ਵਾਲਿਆਂ ਨੇ ਆਪਣੇ ਕੈਂਡੀਡੇਟ ਐਲਾਨ ਦਿੱਤੇ, ਅਕਾਲੀ ਦਲ ਦੇ ਵੀ ਕੁਝ ਲੀਡਰ ਖਫਾ ਨੇ, ਪਰ ਉਹਨਾਂ ਦੀ ਇੱਕ ਖਾਸੀਅਤ ਹੈ ਕਿ ਉਹ ਜ਼ਿਆਦਾ ਨਾਰਾਜ਼ਗੀ ਜਿਹੜੀ ਹੈ ਨਾ ਉਹ ਖੁੱਲ ਕੇ ਪ੍ਰਗਟਾਉਂਦੇ ਨਹੀਂ। ਹਾਂ, ਕਈ ਵਾਰ ਧਮਾਕਾ ਹੀ ਕਰਦੇ, ਜਿਹੜਾ ਜਾਂਦਾ ਫਿਰ ਨਿਕਲ ਹੀ ਜਾਂਦਾ ਜੀ। ਅੱਛਾ, ਆਮ ਆਦਮੀ ਪਾਰਟੀ ਨੇ ਜਿਹੜੀ ਇਹ ਸੂਚੀ ਐਲਾਨੀ, ਕਿਉਂਕਿ ਆਪਾਂ ਜਦੋਂ ਗੱਲ ਕਰ ਰਹੇ ਤਾਂ ਕੁਝ ਕੁ ਕਹਿ ਲਓ ਕਿ ਸਮਾਂ ਪਹਿਲਾਂ ਸੂਚੀ ਜਾਰੀ ਹੋਈ ਹੈ, ਵਿਸ਼ਲੇਸ਼ਣ ਕਰਨਾ ਔਖਾ ਹੋ ਜਾਂਦਾ। ਆਪਾਂ ਕੋਈ ਕੰਪਿਊਟਰ ਤੇ ਹੈ ਨਹੀਂ ਹੈ। ਗੱਲ ਇਹ ਹੈ ਕਿ ਫਿਰ ਵੀ ਮੈਂ ਸਮਝਦਾ ਕਿ ਇਹਨਾਂ ਸੀਟਾਂ ਚੋਂ ਜੇ ਤੁਸੀਂ 30 ਚ ਦੇਖੋਗੇ 4-5 ਚਿਹਰੇ ਜਿਹੜੇ ਬੜੇ ਮੈਨੂੰ ਕਹਿ ਲਓ ਕਿ ਸੀਟਾਂ ਨੂੰ ਰੌਚਕ ਬਣਾਉਣ ਵਾਲੇ ਨਜ਼ਰ ਆਉਂਦੇ ਆ। ਜਿੱਦਾਂ ਖਰੜ ਦੇ ਵਿੱਚ ਵੇਖੋ ਜਗਮੋਹਨ ਸਿੰਘ ਕੰਗ ਬਹੁਤ ਮਜ਼ਬੂਤ ਕੈਂਡੀਡੇਟ ਸੀਗਾ। ਉਹਨੂੰ ਪਛਾੜਿਆ ਸੀਗਾ ਕੰਵਰ ਸੰਧੂ ਹੁਰਾਂ ਨੇ, ਮੈਂ ਮੇਰੇ ਖਿਆਲ ਨਾਲ 2000 ਵੋਟ। ਠੀਕ ਹੈ ਜੀ। ਸੋ ਜੇ ਤੁਸੀਂ ਦੇਖੋਗੇ ਤੀਜੇ ਨੰਬਰ ਵਾਲਾ ਜਿਹੜਾ ਕੈਂਡੀਡੇਟ ਸੀਗਾ ਅਕਾਲੀ ਦਲ ਬਾਦਲ ਵਾਲਾ, 46000 ਵੋਟ ਉਹਦੀ ਵੀ ਸੀ, ਲੈ ਗਿਆ ਸੀ। ਬਿਲਕੁਲ 55 ਮੇਰੇ ਖਿਆਲ ਦੇ ਨਾਲ ਸੰਧੂ ਜੀ ਦੀ ਸੀ ਤੇ ਦੂਸਰੇ ਨੰਬਰ ਕਾਂਗਰਸ, ਹਾਂਜੀ 53 ਕੰਗ ਸਾਹਿਬ ਦੀ, 51 46 ਉਹ ਵੀ ਲਈ ਖੜਾ ਸੀਗਾ। ਸੋ ਬਿਲਕੁਲ ਹਾਂਜੀ ਹਾਂਜੀ। ਹੁਣ ਖਰੜ ਵਾਲੀ ਜੇ ਤੁਸੀਂ ਦੇਖੋਗੇ ਤਾਂ ਉੱਥੋਂ ਕੈਂਡੀਡੇਟ ਇਹਨਾਂ ਨੇ ਬਦਲ ਦਿੱਤਾ ਕਿ ਉਹ ਵੋਟ ਜਿਹੜੀ ਹੈ ਉਹ ਨਾਲ ਜੋੜੀ ਰੱਖੇਗੀ ਆਮ ਆਦਮੀ ਪਾਰਟੀ। ਕਿਉਂਕਿ ਕੰਵਰ ਸੰਧੂ ਮੇਰੇ ਖਿਆਲ ਦੇ ਨਾਲ ਉਹ ਨਹੀਂ ਕਰ ਸਕੇ ਚਮਤਕਾਰ ਜੋ ਉਸ ਏਰੀਏ ਚੋਂ ਕਰ ਸਕਦੇ ਸਨ। ਕੀ ਜਗਮੋਹਨ ਸਿੰਘ ਕੰਗ ਦੁਬਾਰਾ ਫਾਈਟ ਚਾਹੁੰਦੇ ਕਿਉਂਕਿ ਉਹਨਾਂ ਦਾ ਗੜ ਹੈ ਉਹ ਜੀ। ਅੱਛਾ ਚਲੋ, ਉਹ ਤੁਹਾਡੀ ਗੱਲ ਚੋਂ ਗੱਲ ਆ ਗਈ, ਚੰਨੀ ਸਾਹਿਬ ਕੋਲੇ ਬਥੇਰੇ ਲੋਕ ਜਾ ਰਹੇ ਆ
ਤਿਆਰੀਆਂ ਬੜੀਆਂ, ਖਰੜ ਤੋਂ ਕਾਂਗਰਸੀ ਚਿਹਰੇ ਬੜੇ ਹੈ। ਅੱਛਾ ਠੀਕ ਹੈ, ਚਲੋ ਉਹੀ ਹੈ ਨਾ ਕਿ ਜਗਮੋਹਨ ਸਿੰਘ ਕੰਗ ਨੂੰ ਟਿਕਟ ਦਿੱਤੀ ਜਾਂਦੀ ਹੈ ਜਾਂ ਨਹੀਂ, ਉਹਦੇ ਤੇ ਕਾਫੀ ਨਿਗਾਹ ਰਹੇਗੀ ਕਿ ਐਡਾ ਵੱਡਾ ਵੋਟ ਬੈਂਕ ਜਿਹੜਾ ਪਿਛਲੀ ਵਾਰੀ ਇਹਨਾਂ ਨੇ ਨਾਲ ਜੋੜਿਆ ਕਮਰ ਸੰਧੂ ਜੀ ਨੇ ਜਾਂ ਆਮ ਆਦਮੀ ਪਾਰਟੀ ਨੇ, ਕੀ ਉਹਨੂੰ ਦੁਬਾਰਾ ਹਾਸਲ ਕਰ ਸਕਦੇ ਆ? ਇਹ ਰੌਚਕ ਹੈ। ਮੁੱਖ ਮੰਤਰੀ ਹਾਂਜੀ, ਰੌਚਕ ਰਹੇਗਾ। ਫਿਰ ਸੈਕੰਡ ਚੀਜ਼, ਫਰੀਦਕੋਟ ਆ ਜਾਓ, ਗੁਰਦਿੱਤ ਸੇਖੋਂ ਜੀ ਆਏ ਫਿਰ ਦੁਬਾਰਾ। ਐਸੇ ਸਮਾਜਿਕ ਕਾਰਕੁਨ ਜਿਹੜੇ ਕਹਿ ਸਕਦੇ ਆਪਾਂ ਕਿ ਜ਼ਮੀਨ ਨਾਲ ਜੁੜੇ ਆ ਤੇ ਜ਼ਮੀਨੀ ਪੱਧਰ ਤੇ ਕੰਮ ਕਰਦੇ ਐਕਟਿਵਲੀ, ਬਿਲਕੁਲ ਇਹ ਕਹਿਣਾ ਪਏਗਾ। ਪਿਛਲੀ ਵਾਰੀ ਉਹ ਕਿੱਕੀ ਢਿੱਲੋਂ ਤੋਂ ਰਹਿ ਗਏ ਸਨ 11-12,000 ਵੋਟ ਨਾਲ ਪਿੱਛੇ, 51,000 ਮੇਰੇ ਖਿਆਲ ਦੇ ਨਾਲ ਕਿੱਕੀ ਢਿੱਲੋਂ ਦੀ ਸੀ ਤੇ 39,000 ਇਹਨਾਂ ਦੀ ਸੀ। ਸੋ ਇੰਨਾ ਕੁ ਮਾਰਜਨ ਸੀ ਕਿ ਇਸ ਮਾਰਜਨ ਨੂੰ ਉਹ ਤੋੜ ਦੇਣਗੇ, ਕਿਉਂਕਿ ਕਿੱਕੀ ਢਿੱਲੋਂ ਵਾਲਾ ਤਲਿਸਮ ਜਿਹੜਾ ਹੈ ਨਾ ਉਹ ਥੋੜਾ ਜਿਹਾ ਐਤਕੀ ਫਿੱਕਾ ਹੈ ਜੀ, ਉਹ ਵੀ ਰੌਚਕ ਬਣ ਜਾਂਦੀ ਹੈ ਜੀ। ਹੁਣ ਅੰਮ੍ਰਿਤਸਰ ਨਾਰਥ ਤੋਂ ਜਿਹੜੀ ਟਿਕਟ ਦਿੱਤੀ ਇਹਨਾਂ ਨੇ, ਉਹ ਦਿੱਤੀ ਹੈ ਮੇਰੇ ਖਿਆਲ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਨੂੰ। ਠੀਕ ਹੈ, ਵਾਹ ਜੀ ਵਾਹ। ਕੁੰਵਰ ਵਿਜੇ ਪ੍ਰਤਾਪ ਜਿਸ ਸੀਟ ਤੇ ਇਲੈਕਸ਼ਨ ਲੜਨਗੇ, ਉੱਥੇ ਜਿਹੜਾ ਇਹਨਾਂ ਦਾ ਕੈਂਡੀਡੇਟ ਸੀਗਾ ਮਨੀਸ਼ ਅਗਰਵਾਲ ਸੀ ਮੇਰੇ ਖਿਆਲ ਦੇ ਨਾਲ, ਵੋਟ ਹੀ ਸਾਰੀ ਉਹਨੂੰ 11,000 ਪਈ ਸੀ। ਸੁਨੀਲ ਦੱਤੀ ਜੀ ਲੈ ਗਏ ਸਨ 50,000 ਤੋਂ ਉੱਤੇ। ਠੀਕ ਹੈ, ਤਾਂ ਇਹ ਤੀਸਰੇ ਨੰਬਰ ਤੇ 11,000 ਵੋਟ ਹੀ ਹਾਸਲ ਕਰ ਸਕੇ ਸਨ। ਕਿ ਕੁੰਵਰ ਵਿਜੇ ਪ੍ਰਤਾਪ ਹਾਈ ਪ੍ਰੋਫਾਈਲ ਜਿਹੜਾ ਕਹਿ ਲੋ ਕਿ ਚਿਹਰਾ ਹੈ, ਕੀ ਇਸ ਫਰਕ ਨੂੰ ਮਿਟਾ ਸਕੇਗਾ? ਰੌਚਕ ਤੱਥ ਰਹੇਗਾ ਇਹ ਵੀ, ਜਿਹਨੂੰ ਪੈਨ ਪੰਜਾਬ ਲੀਡਰ ਬਣਾਉਣ ਦੀ ਕੋਸ਼ਿਸ਼। ਹਾਂਜੀ ਬਿਲਕੁਲ ਰੌਚਕ ਰਹੇਗਾ ਇਹ ਸੀਟ ਵੀ। ਉਧਰ ਮੇਰੇ ਖਿਆਲ ਦੇ ਨਾਲ ਜੋਸ਼ੀ ਸਾਹਿਬ ਵੀ ਹੈ ਅਕਾਲੀ ਦਲ ਹੈਗੇ ਨੇ। ਤਾਂ ਕਹਿਣ ਦਾ ਮਤਲਬ ਕਿ ਇਹ ਸੀਟਾਂ ਦੇਖੋ ਕਿੰਨੀਆਂ ਹੌਟ ਬਣਦੀਆਂ ਜਾ ਰਹੀਆਂ। ਫਿਰ ਰਾਮਪੁਰਾ ਫੂਲ ਚ ਆ ਜਾਓ, ਸਿੱਧੂ ਸਾਹਿਬ, ਬਲਕਾਰ ਸਿੰਘ ਸਿੱਧੂ, ਮਾਝੇ ਦੀ ਹੈ ਮੋਮਬੱਤੀ ਹੈ। ਸੋ ਗੱਲ ਇਹ ਆ ਕਿ ਬਲਕਾਰ ਸਿੱਧੂ ਦੋ ਉੱਥੇ ਵੀ ਕਹਿ ਲੋ ਰਾਜਨੀਤੀ ਦੇ ਏਜੰਟ ਹੀ ਹੈ ਜੀ, ਕਾਂਗੜ ਸਾਹਿਬ ਤੇ ਮਲੂਕਾ ਸਾਹਿਬ। ਉਹਦੇ ਵਿੱਚ ਕਹਿ ਲੋ ਕਿ ਕਿਉਂਕਿ ਫੇਸ ਤੇ ਉਹ ਵੀ ਚਰਚਿਤ ਨੇ ਨਾ, ਤੇ ਹਜੇ ਜੇ ਕਿਸਾਨੀ ਵਾਲੇ ਹੈਗੇ ਉਹਨਾਂ ਦਾ ਵੀ ਕੋਈ ਤਗੜਾ ਹੀ ਚਿਹਰਾ ਹੋਣਾ ਹੈ। ਉਹੀ ਮੈਂ ਕਹਿੰਦਾ ਕਿ ਚਲੋ ਹਾਲ ਦੀ ਘੜੀ ਅੱਜ ਦੇ ਡੇਟ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਉਹ ਵੀ ਹਾਈ ਪ੍ਰੋਫਾਈਲ ਬਣਦੀ ਜਾ ਰਹੀ ਹੈ, ਪੂਰੀ ਸੀਟ ਹੌਟ ਬਣਦੀ ਜਾ ਰਹੀ ਹੈ। ਕਿ ਬਲਕਾਰ ਸਿੱਧੂ ਵੀ ਉਸ ਏਰੀਏ ਦਾ ਇੱਕ ਤਰ੍ਹਾਂ ਨਾਲ ਕਹੋ ਕਿ ਕਿਸੇ ਟਾਈਮ ਦਾ ਸਟਾਰ ਸੀਗਾ ਬੰਦਾ, ਬਿਲਕੁਲ ਸੀਗਾ, ਫੇਮ ਸੀ ਉਸ ਬੰਦੇ ਕੋਲ, ਜਿੱਥੇ ਕੈਬਨਿਟ ਰਹਿੰਦਾ ਮਿਨਿਸਟਰ ਕਾਲੀਆਂ ਚ ਵੀ ਤੇ ਕਾਂਗਰਸ। ਹਾਂਜੀ ਤਾਂ ਇਹ ਬੜੀ ਦਿਲਚਸਪ ਜੀ ਬਣਦੀ ਹੈ। ਲੰਬੀ ਦੇਖੋ, ਲੰਬੀ ਤੋਂ ਖੁੱਡੀਆਂ ਫੈਮਿਲੀ, ਇਹ ਤੁਸੀਂ ਦੱਸ ਹੀ ਦਿੱਤਾ ਸੀ। ਹਾਂਜੀ, ਮੈਂ ਤੁਹਾਨੂੰ ਦੱਸਤਾ ਸੀਗਾ ਕਿ ਖੁੱਡੀਆਂ ਫੈਮਿਲੀ ਨੂੰ ਹਾਂਜੀ ਟਿਕਟ ਮਿਲਣੀ ਸੀ ਇਹਨਾਂ ਨੂੰ, ਕਿਉਂਕਿ ਹੋਰ ਕੋਈ ਦਾਅਵੇਦਾਰੀ ਰੱਖਦਾ ਹੀ ਨਹੀਂ ਹੈ। ਕਿਉਂਕਿ ਕੁਝ ਲੀਡਰਾਂ ਨੂੰ ਡਰ ਰਹਿੰਦਾ ਲੰਬੀ ਦਾ, ਖੁੱਡੀਆਂ ਫੈਮਿਲੀ ਨੂੰ ਕੋਈ ਡਰ ਨਹੀਂ ਹੈਗਾ, ਉਹਨਾਂ ਕੋਲ ਗਵਾਉਣ ਵਾਸਤੇ ਕੀ ਹੈ। ਪਰ ਇਹ ਟੱਕਰ ਜਿਹੜੀ ਹੈ ਉਹ ਜਗਦੇਵ ਸਿੰਘ ਖੁੱਡੀਆਂ ਦੀ ਲੈਗਸੀ ਦੇਵੇਗੀ ਬਾਦਲ ਫੈਮਿਲੀ ਨੂੰ। ਬਾਦਲ ਫੈਮਿਲੀ, ਹਾਲਾਂਕਿ ਬਾਦਲ ਨੂੰ ਹਰਾਉਣਾ ਯਾਰ ਬਹੁਤ ਔਖਾ ਹੈ ਜੀ, ਪਰ ਦੁਨੀਆ ਚ ਔਖਾ ਕੁਛ ਵੀ ਨਹੀਂ ਹੈਗਾ। ਸਾਡੇ ਇੱਕ ਇੱਥੇ ਕੁੜੀ ਸੀ, ਠੀਕ ਹੈ, ਟ੍ਰੇਨ 'ਚ ਸਫ਼ਰ ਕਰ ਰਹੀ ਸੀ, ਵਾਲੀਬਾਲ ਦੀ ਨੈਸ਼ਨਲ ਪਲੇਅਰ ਸੀ ਜੀ, ਅਰੁਣਿਮਾ ਸਿਨਹਾ। ਗੁੰਡਿਆਂ ਨੇ ਮਿਸਬਿਹੇਵ ਕੀਤਾ, ਵਿਰੋਧ ਕੀਤਾ, ਉਹਨਾਂ ਨੇ ਚੱਕ ਕੇ ਚੱਲਦੀ ਟ੍ਰੇਨ 'ਚ ਸੁੱਟ ਦਿੱਤਾ। ਇੱਕ ਪੈਰ ਕੱਟਿਆ ਗਿਆ, ਦੂਜਾ ਟੁੱਟ ਗਿਆ। ਸਾਰੀ ਰਾਤ ਰੇਲਵੇ ਟਰੈਕ ਤੇ ਪਈ ਰਹੀ, 49 ਟ੍ਰੇਨਾਂ ਗਿਣੀਆਂ ਉਹਨੇ, 49 ਟ੍ਰੇਨਾਂ ਕੋਲੋਂ ਲੰਘੀਆਂ, ਕਿਸੇ ਨੇ ਨਹੀਂ ਚੱਕਿਆ। ਸਵੇਰੇ ਜਦੋਂ ਲੋਕ ਉੱਠੇ ਰਫਾਜ਼ਤ ਵਾਸਤੇ ਜਾਣ ਲੱਗੇ, ਉਹਨਾਂ ਨੇ ਦੇਖਿਆ ਕੁੜੀ ਨੂੰ ਹਸਪਤਾਲ ਪਹੁੰਚਾਇਆ। ਲੋਕਾਂ ਕਿਹਾ ਕਿ ਸਭ ਕੁਝ ਖਤਮ ਹੋ ਗਿਆ, ਇਹਦਾ ਕੈਰੀਅਰ ਖਤਮ ਹੋ ਗਿਆ। ਉਹਨੇ ਆਪਣੇ ਮਨ ਦੇ ਅੰਦਰ ਇੱਕ ਗੋਲ ਸੈੱਟ ਕੀਤਾ ਕਿ ਮੈਂ ਹੁਣ ਮਾਊਂਟ ਐਵਰੈਸਟ ਫਤਿਹ ਕਰੂੰਗੀ। ਵਾਲੀਬਾਲ ਛੁੱਟ ਗਿਆ ਤਾਂ ਕੀ ਹੋਇਆ, ਦੂਸਰਾ ਗੋਲ ਨਗਰ ਗੋਲ ਜੀ। ਅੱਛਾ, ਫਿਰ ਉਸ ਤੋਂ ਬਾਅਦ ਉਹਨੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। 4 ਮਹੀਨਿਆਂ ਚ ਰਿਕਵਰੀ ਕੀਤੀ। ਨਹੀਂ ਤਾਂ ਪੈਰ ਕੱਟਿਆ ਹੋਵੇ ਸਾਲ ਬੰਦਾ ਤੇ ਉਹ ਟੁੱਟ ਹੀ ਜਾਂਦਾ ਮਾਨਸਿਕ ਤੌਰ ਤੇ। 4 ਮਹੀਨਿਆਂ ਚ ਰਿਕਵਰੀ ਕੀਤੀ, 2 ਸਾਲਾਂ ਦੇ ਅੰਦਰ ਅੰਦਰ ਮਾਊਂਟ ਐਵਰੈਸਟ ਫਤਿਹ ਕਰਨ ਵਾਲੀ ਪਹਿਲੀ ਹੈਂਡੀਕੈਪਟ ਬਣੀ। ਅਸੰਭਵ ਕੁਛ ਨਹੀਂ ਦੁਨੀਆ 'ਚ। ਨਹੀਂ, ਕੀ ਬਾਤ ਹੈ, ਅਸੰਭਵ ਕੁਛ ਨਹੀਂ, ਅਸੰਭਵ ਕੁਛ ਨਹੀਂ। ਪਰ ਹਾਂ, ਬਹੁਤ ਜ਼ੋਰ ਲਾਉਣਾ ਪਏਗਾ ਜੀ, ਜ਼ੋਰ ਲਾਉਣਾ ਪਏਗਾ, ਕਿਉਂਕਿ ਕਾਂਗਰਸ ਇੱਥੇ ਦੇਖਦੇ ਆ ਕਿ ਕਿਹੜਾ ਕੈਂਡੀਡੇਟ ਉਤਾਰਦੀ ਹੈ। ਜਗਪਾਲ ਸਿੰਘ ਅਬਲ ਖਰਾਣਾ ਉਹ ਦਾਅਵੇਦਾਰੀ ਪੇਸ਼ ਕਰ ਰਹੇ ਆ, ਕਿਉਂਕਿ ਤਾਂ ਹੀ ਇਹ ਖੁੱਡੀਆਂ ਫੈਮਿਲੀ ਇੱਥੋਂ ਗਈ ਨਾ। ਜਗਪਾਲ ਅਬਲ ਖਰਾਣਾ ਉਹ ਖੁਦ ਟਿਕਟ ਦੇ ਦਾਅਵੇਦਾਰ ਹੈ ਜੀ। ਉਧਰੋਂ ਤੀਸਰਾ ਗਰੁੱਪ ਹੈ ਜਿਹੜਾ ਮਹੇਸ਼ਿੰਦਰ ਸਿੰਘ ਬਾਦਲ ਦਾ। ਹਾਲਾਂਕਿ ਖੁੱਡੀਆਂ ਫੈਮਿਲੀ ਤੇ ਇਹਨਾਂ ਦੀ ਆਪਸ ਚ ਪਹਿਲਾਂ ਨਜ਼ਦੀਕੀ ਵੀ ਕਾਫੀ ਸੀਗੀ, ਤਾਂ ਮਹੇਸ਼ਿੰਦਰ ਜੀ ਦੇ ਜਿਹੜੇ ਬੇਟੇ ਆ ਉਹ ਵੀ ਜ਼ੋਰ ਲਾ ਰਹੇ ਸੀਗੇ, ਹਾਲੇ ਵੀ ਲਾ ਰਹੇ ਆ। ਸੋ ਇਸੇ ਕਰਕੇ ਖੁੱਡੀਆਂ ਫੈਮਿਲੀ ਗਈ। ਤਾਂ ਲੰਬੀ ਵੀ ਹੌਟ ਸੀਟ ਜਿਹੜੀ ਹੈ ਉਹ ਰਹਿੰਦੀ ਆਲਵੇਜ਼, ਪਰ ਕੀ ਨੇੜੇ ਤੇੜੇ ਜਾਂ ਇਤਿਹਾਸ ਬਣਦਾ? ਇਤਿਹਾਸ ਦੋਵਾਂ ਪਾਸਿਓਂ ਬਣ ਜਾਣਾ ਜੇ ਲੰਬੀ ਚ। ਮੈਂ ਤੁਹਾਨੂੰ ਦੱਸਦਾ ਕਿਵੇਂ। ਜੇ ਗੁਰਮੀਤ ਸਿੰਘ ਖੁੱਡੀਆਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਦਿੰਦੇ ਆ, ਇਤਿਹਾਸ, ਠੀਕ ਹੈ, ਇਤਿਹਾਸ।
ਜੇ ਪ੍ਰਕਾਸ਼ ਸਿੰਘ ਬਾਦਲ ਗੁਰਮੀਤ ਸਿੰਘ ਖੁੱਡੀਆਂ ਨੂੰ ਹਰਾ ਦਿੰਦੇ ਤਦ ਵੀ ਇਤਿਹਾਸ। ਅੱਛਾ। ਕਿਉਂਕਿ ਉਹ ਮੈਨੂੰ ਲੱਗਦਾ ਦੇਸ਼ ਹੀ ਨਹੀਂ ਦੁਨੀਆ ਭਰ ਚ ਜੀ ਸਭ ਤੋਂ ਉਮਰ ਦਰਾਜ਼ ਐਮਐਲਏ ਹੋਣਗੇ। ਠੀਕ ਹੈ। ਜੇ ਪ੍ਰਕਾਸ਼ ਸਿੰਘ ਬਾਦਲ ਜ਼ਿਆਦਾ ਵਾਰ 5 ਵਾਰੀ 97 ਤੋਂ ਲਗਾਤਾਰ ਹੈ। ਮੈਂ ਦੱਸ ਦੇਣਾ ਲੰਬੀ ਦਾ ਇਤਿਹਾਸ ਹੈ। ਸਿਰਫ 3 ਵਾਰੀ ਕਾਂਗਰਸ ਜਿੱਤੀ ਹੈ, 62 ਜੀ 67 92 ਚ 69 72 ਚ ਕਾਮਰੇਡ ਜਿੱਤੇ ਆ। ਠੀਕ ਹੈ। ਠੀਕ ਹੈ ਜੀ। ਫਿਰ ਅੱਗੇ ਆ ਜਾਓ 80 ਤੇ 85 ਚ ਦਪਿੰਦਰ ਸਿੰਘ ਜੀ ਜਿੱਤੇ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਹੀ। ਮੇਰੇ ਖਿਆਲ ਦੇ ਨਾਲ 77 ਚ ਜਿੱਤੇ ਸਨ ਇੱਕ ਵਾਰੀ ਗੁਰਦਾਸ ਸਿੰਘ ਬਾਦਲ, ਠੀਕ ਹੈ, ਇਹਨਾਂ ਦੇ ਭਰਾਤਾ। ਉਸ ਤੋਂ ਬਾਅਦ 92 ਚ ਜਿੱਤੇ ਗੁਰਨਾਮ ਸਿੰਘ ਅਬਲ ਖਰਾਣਾ, ਜਿਹੜੇ ਜਗਪਾਲ ਸਿੰਘ ਅਬਲ ਖਰਾਣਾ ਦੇ ਪਿਤਾ। ਠੀਕ ਹੈ। ਹੁਣ ਸੰਸਾਰ ਚ ਨਹੀਂ ਹੈ। ਉਸ ਤੋਂ ਬਾਅਦ 97 ਤੋਂ ਲੈ ਕੇ ਹੁਣ ਤੱਕ ਇਹੀ ਜਿੱਤਦੇ ਆਏ ਨੇ। ਠੀਕ ਹੈ। ਇਹ ਵੀ ਰਿਕਾਰਡ ਬਣ ਸਕਦਾ ਹੈ। ਪਰ ਉਮਰ ਦਰਾਜ਼ ਐਮਐਲਏ ਮੈਨੂੰ ਲੱਗਦਾ ਕਿ ਪੂਰੀ ਦੁਨੀਆ 'ਚ ਇਹਨਾਂ 94 ਸਾਲ ਦਾ ਲੱਭਣਾ ਬਹੁਤ ਔਖਾ ਹੋ ਜਾਣਾ। ਸੋ ਦੋਨਾਂ ਹੀ ਸੂਰਤਾਂ ਦੇ ਵਿੱਚ ਕਹਿ ਲਓ ਕਿ ਲੰਬੀ ਜਿਹੜੀ ਆਊਟ ਸੀਟ ਰਹੇਗੀ। ਯਾਨੀ ਕਿ 5 ਵਾਰੀ ਬਾਦਲ ਸਾਹਿਬ ਤੇ 6ਵੀਂ ਵਾਰੀ ਇਹ ਤੋਂ ਪਹਿਲਾਂ ਗੁਰਦਾਸ ਸਿੰਘ ਬਾਦਲ 6 ਵਾਰ ਡੋਮੀਨੇਟ ਕਰਦੀ ਬਾਦਲ। ਹਾਂ 6 ਵਾਰੀ ਇਹਨਾਂ ਦੀ ਫੈਮਿਲੀ ਜਿੱਤੀ ਹੈ ਲੰਬੀ ਤੇ ਟੋਟਲ 8-9 ਵਾਰੀ ਅਕਾਲੀ ਦਲ। ਹਾਂਜੀ 2 ਵਾਰੀ ਦਪਿੰਦਰ ਸਿੰਘ ਹੋਰੀ ਜਿੱਤੇ। ਜੀ ਮੇਰੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ, ਮਿਹਰਬਾਨੀ। ਬਹੁਤ ਔਖਾ ਹੈ ਜਦੋਂ ਤੁਹਾਡੇ ਸਾਹਮਣੇ ਅਚਾਨਕ ਕੋਈ ਪ੍ਰਸ਼ਨ ਆ ਜਾਵੇ, ਤੁਹਾਡੇ ਸਾਹਮਣੇ ਕੋਈ ਖਬਰ ਆ ਜਾਵੇ, ਖਾਸ ਕਰਕੇ ਇਲੈਕਸ਼ਨ ਦੇ ਨਾਲ, ਸਿਆਸਤ ਦੇ ਨਾਲ ਜੁੜੀ, ਔਰ ਸਿਆਸੀ ਜਾਂ ਜਿਹੜੀਆਂ ਵੋਟਾਂ ਵਾਲੀਆਂ ਚੀਜ਼ਾਂ ਨੇ, ਰਾਜਨੀਤੀ ਨੂੰ ਡੀਕੋਡ ਕਰਨਾ, ਰਾਜਨੀਤੀ ਦੀ ਪੜਚੋਲ ਕਰਨਾ ਬੜਾ ਔਖਾ ਸੀਮਤ ਸਮੇਂ ਦੇ ਵਿੱਚ ਤਾਂ ਖਾਸ ਕਰਕੇ। ਖੈਰ, ਟਿਕਟਾਂ ਦੀ ਵੰਡ ਕਿਸੇ ਵੀ ਪਾਰਟੀ ਵੱਲੋਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਇਹ ਜਿੱਤ ਦਾ ਐਲਾਨ ਨਹੀਂ ਹੁੰਦਾ। ਚੋਣ ਸਮੀਕਰਨ ਬਦਲਦੇ ਰਹਿੰਦੇ ਨੇ, ਸਮਾਂ ਪਰਿਸਥਿਤੀਆਂ ਬਦਲਦੇ ਰਹਿੰਦੇ ਨੇ। ਜਿਸ ਦਿਨ ਨਤੀਜੇ ਦਾ ਐਲਾਨ ਹੋਣਾ ਹੈ ਉਸ ਦਿਨ 117 ਸੀਟਾਂ ਤੇ 117 ਜਾਣੇ ਹੀ ਜਿੱਤਣਗੇ। ਹਾਲਾਂਕਿ ਟਿਕਟਾਂ ਬਹੁਤ ਸਾਰੇ ਲੋਕਾਂ ਨੂੰ ਮਿਲਣਗੀਆਂ। ਸੋ ਚੋਣਾਂ ਦੇ ਸਮੇਂ ਦੇ ਦੌਰਾਨ CPC TV ਤੇ ਸ਼ਾਨਦਾਰ ਕਵਰੇਜ ਕਰਨ ਦੀ ਕੋਸ਼ਿਸ਼ ਕਰਾਂਗੇ, ਹਰ ਸੀਟ ਦਾ ਮੁਲਾਂਕਣ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜੁੜੇ ਰਹੋ CPC TV ਨਾਲ। ਪ੍ਰੋਗਰਾਮ ਨੂੰ ਸ਼ੇਅਰ ਕਰਨਾ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।